एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। तैंडी बंदिश मैं कोई ना डिठा, तू नानक मन भाना। कोल कुम्हाई तिस मित्र विचोले, जै मिल कंत पछाना। सतनाम वाहेगुरु साहिब जियो। सूही मांझ महला तीजा, उत्तम जन्म स्थान है वासा। सतगुर सेवैं कर माहे उदासा, उत्तम जन्म स्थान है वासा। सतगुर सेवैं कर माहे उदासा। हर रंग रहें सदा रंग राते, हर रस मन तृप्तावणिया। हऊँ वारी जियों वारी, पढ़ बुझ मन वसावणिया। गुरमुख पढ़ें हर नाम सलाहें, दर सच्चै शोभा पावणिया। रहाओ अलख अभेव हर रहा समाए, उपाय ना किती पाया जाए। किरपा करे तां सतगुर भेटै, नदरी मेल मिलावणिया। दूजै भाई पढ़ै नहीं बूझै, त्रिविध माया कारण लूझै। त्रिविध बंधन टूटै गुर शब्दी मुक्त करावणिया। एह मन चंचल वस ना आवै, दुविधा लागै दहन दिस धावै। बिख का कीड़ा बिख में राता, बिख ही माहे पचावणिया। हाँ हाँ करे तै आप जनाए, बहु कर्म करे किछ थाए न पाए। तुझ ते बाहर किछु न होवै, बख्शे शब्द सुहावणिया। उपजै पचै हर बूझै नाही, अन दिन दूजै पाए फेराही। मन मुख जन्म गया है बिरथा, अंत गया पछुतावणिया। पिर परदेस श्रृंगार बनाए, मन मुख अंध ऐसे कर्म कमाए। हलत न शोभा पलत न टोई, बिरथा जन्म गवावणिया। हर का नाम किनै विरलै जाता, पूरे गुर कै शब्द पछाता। अन दिन भगत करे दिन राती, सहजे ही सुख पावणिया। सब में वरतै एको सोई, गुरमुख विरला बूझै कोई। नानक नाम रते जन सोहै, कर किरपा आप मिलावणिया। सब में वरतै एको सोई, गुरमुख विरला बूझै कोई। नानक नाम रते जन सोहै, कर किरपा आप मिलावणिया। वाहिगुरु जी का खालसा
ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਦੇ ਹਜ਼ੂਰ ਸ਼ਾਮ ਸਮੇਂ ਹਾਜ਼ਰੀਨ ਸਤਸੰਗਤ ਜੀਓ, ਵਡਭਾਗੀ ਹਾਂ। ਗੁਰੂ ਹਜ਼ੂਰ ਸਤਸੰਗਤ ਮਾਨਣ ਦਾ ਇਹ ਸੁਭਾਗ ਪ੍ਰਾਪਤ ਹੈ। ਲੜੀਵਾਰ ਗੁਰਬਾਣੀ ਵਿਆਖਿਆ ਜੋ ਇਸ ਸਥਾਨ ਤੇ ਹੋ ਰਹੀ ਹੈ, ਇਸ ਵਿੱਚ ਮਾਝ ਰਾਗ ਦੇ ਅਸ਼ਟਪਦੀ ਵਿਚਾਰੇ ਜਾਂਦੇ ਨੇ। ਗੁਰੂ ਅਮਰਦਾਸ ਪਾਤਸ਼ਾਹ ਤੀਸਰੇ ਨਾਨਕ ਇਹਨਾਂ ਬਚਨਾਂ ਨੂੰ ਉਚਾਰ ਰਹੇ ਨੇ। ਜੋ ਸ਼ਬਦ ਆਪਨੇ ਸਰਵਨ ਕੀਤਾ ਹੈ, ਇਸ ਦੀ ਜੋ ਮੇਨ ਮੈਸੇਜ ਵਾਲੀਆਂ ਲਾਈਨਸ ਨੇ, ਖਾਸ ਕਰਕੇ ਰਹਾਉ ਦਾ ਬੰਧ, ਉਹਦੀ ਅਸੀਂ ਬੀਤੇ ਕੱਲ੍ਹ ਬੜੀ ਡਿਟੇਲਡ ਡਿਸਕਸ਼ਨ ਕੀਤੀ ਸੀ। ਅੱਜ ਜਸਟ ਵੀ ਵਿਲ ਸਟਾਰਟ ਵਿਦ ਦੀਜ਼ ਲਾਈਨਸ, ਇੱਕ ਸਰਸਰੀ ਨਜ਼ਰ ਦੇ ਨਾਲ। ਉਪਰੰਤ 1 ਨੰਬਰ ਪਦੇ ਤੋਂ ਵਿਲ ਕੈਰੀ ਔਨ ਦ ਡਿਸਕਸ਼ਨ ਆਫ ਦ ਹੋਲ ਸ਼ਬਦ। ਜੋ ਬਚਨ ਹੈ, ਹਉ ਵਾਰੀ ਜਿਉ ਵਾਰੀ ਪੜ੍ਹ ਬੁੱਝ ਮਨ ਵਸਾਵਣਿਆ। ਸਿੱਖੀ ਆਸ਼ੇ ਦੇ ਵਿੱਚ, ਬਿਕੋਜ਼ when we claim we are Sikh believers, then Guru Granth Sahib is our master. We usually say this is our corporate living master, ਇੱਕ ਉਸ ਰੂਪ ਵਿੱਚ ਗੁਰੂ ਹੈ। ਤੇ ਇਹਦੇ ਵਿੱਚ ਜਿਹੜੀ ਇਹਦੇ ਨਾਲ ਰਿਸ਼ਤੇਦਾਰੀ ਹੈ, ਸਾਡੀ ਸੰਬੰਧਤਾ ਹੈ, ਜਿਹੜਾ ਗੁਰੂ ਸਾਹਿਬ ਨਾਲ ਸਾਡਾ ਰਿਸ਼ਤਾ ਆ, ਉਹ ਤਾਂ ਹੀ ਬਣ ਸਕਦਾ if we read it, recite it, and not only just read or recite, we have to understand it. जो चीज़ नहीं हो रही, then हाँ एक claim हो सकता बंदे दा कि I am a believer, I am a Sikh, but there is no association with that master. So association ਜਿਹੜੀ ਹੈ ਉਹ ਪੜ੍ਹ ਬੁੱਝ ਮਨ ਵਸਾਵਣੇ ਆਇਆ। ਪਹਿਲਾਂ ਪੜ੍ਹਨਾ ਆ, ਤੇ ਪੜ੍ਹਨਾ ਕਾਹਦੇ ਵਾਸਤੇ ਹੈ? If we are reading or listening, then we have to ask to our conscious why we are doing it. To know for what, to follow, to manifest it, to execute it. ਜੇ ਉਹ ਚੀਜ਼ ਨੂੰ ਅਸੀਂ ਉਸ ਲੈਵਲ ਤੇ ਫੋਲੋ ਕਰ ਰਹੇ ਹਾਂ, ਉਸ ਲੈਵਲ ਤੇ ਅਸੀਂ ਭਾਵੇਂ ਥੋੜ੍ਹਾ ਹੀ ਹੈ, that definitely ਅਸੀਂ ਸਿੱਖੀ ਕੌਨਸੈਪਟ ਵਾਲੇ ਪਾਸੇ ਜਾ ਰਹੇ ਹਾਂ। ਉਹਨੂੰ ਸਾਹਿਬ ਨੇ ਕਿਹਾ ਪੜ੍ਹ ਬੁੱਝ ਮਨ ਵਸਾਵਣਿਆ। ਪੜ੍ਹਨਾ, ਬੁੱਝਣਾ ਤੇ ਮਨ ਵਸਾ ਲੈਣਾ ਉਸ ਚੀਜ਼ ਨੂੰ, ਉਹਦੀ ਬਾਤ ਹੋ ਰਹੀ ਹੈ ਇਹਦੇ ਵਿੱਚ। ਅਗਲਾ ਬਚਨ ਹੈ, ਗੁਰਮੁਖ ਪੜ੍ਹੈ ਹਰ ਨਾਮ ਸਲਾਹ ਹੈ। ਜੋ ਗੁਰੂ ਵੱਲ ਚਿਹਰਾ ਕਰਦੇ ਨੇ, ਗੁਰੂ ਵੱਲ ਮੂੰਹ ਕਰਦੇ ਨੇ, ਪੀਪਲ ਹੂ ਆਰ ਰੈਡੀ ਟੂ ਫੋਲੋ ਦ ਗੁਰੂਜ਼ ਸਕੂਲ ਆਫ ਥਾਟ, ਦੋਜ਼ ਆਰ ਗੁਰਮੁਖ ਪੜ੍ਹੈ ਹਰ ਨਾਮ ਸਲਾਹ ਹੈ। ਐਕਚੁਅਲ ਲੈਵਲ ਤੇ ਉਹ ਨਾਮ ਦੀ ਸਲਾਹੁਤਾ ਦੇ ਵਿੱਚ ਆਪਣੇ ਆਪ ਨੂੰ ਜੋੜ ਰਹੇ, ਉਹ ਐਕਚੁਅਲ ਲੈਵਲ ਤੇ ਨਾਮ ਨਾਲ ਰੀਅਲ ਮੀਨਿੰਗਸ ਵਿੱਚ ਜੁੜ ਰਹੇ ਨੇ। ਦਰ ਸੱਚਾ ਸੋਭਾ ਪਾਵਣਿਆ। ਤੇ ਐਂਡ ਆਫ ਦਾ ਡੇ, ਮੈਂ ਬੀਤੇ ਕੱਲ੍ਹ ਬਾਤ ਕੀਤੀ ਸੀ, ਸਾਡੀ ਕੌਨਸ਼ੀਅਸ ਹੀ ਸਾਡੀ ਕੋਟ ਹੈ। ਅਸੀਂ ਜਦੋਂ ਆਪਣੀ ਕੌਨਸ਼ੀਅਸ ਦੇ ਸਾਹਮਣੇ ਆਪਣੇ ਕਰਮਾਂ ਨੂੰ, ਆਪਣੇ ਬਿਹੇਵੀਅਰ ਨੂੰ ਰੱਖਾਂਗੇ, ਤੇ ਸਾਡੇ ਐਕਸ਼ਨਸ, ਸਾਡੇ ਬਿਹੇਵੀਅਰ ਜਿਹੜੇ ਨੇ, ਜਦੋਂ ਕੌਨਸ਼ੀਅਸ ਦੇ ਲੈਵਲ 'ਤੇ ਉਹਨਾਂ ਨੂੰ ਅਸੀਂ ਜਸਟੀਫਾਈ ਨਹੀਂ ਕਰ ਪਾਵਾਂਗੇ, ਦੈਨ ਡੈਫੀਨੇਟਲੀ ਇਸ ਤੋਂ ਵੱਡੀ ਪਨਿਸ਼ਮੈਂਟ ਕੋਈ ਨਹੀਂ ਬੰਦੇ ਵਾਸਤੇ। ਜਦੋਂ ਬੰਦਾ ਆਪਣੇ ਹੀ ਐਕਸ਼ਨਸ ਨੂੰ ਯੂਨੀਵਰਸਲ ਲਾ ਦੇ ਅਕੋਰਡਿੰਗਲੀ ਜਸਟੀਫਾਈ ਨਾ ਕਰ ਪਾਏ, ਇੱਥੋਂ ਫਿਰ ਬੰਦੇ ਨੂੰ ਐਕਚੁਅਲ ਲੈਵਲ 'ਤੇ ਪਨਿਸ਼ਮੈਂਟ ਮਿਲਦੀ ਹੈ। ਉਹ ਖੁਦ ਹੀ ਉਹ ਪੀੜਾ ਫੀਲ ਕਰਦਾ। ਉਹਨੂੰ ਤੁਸੀਂ ਰਿਗਰੈਟ ਕਹਿ ਲਓ, ਉਹਨੂੰ ਤੁਸੀਂ ਗਿਲਟ ਕਹਿ ਲਓ, ਉਹਨੂੰ ਤੁਸੀਂ ਆਪਣੇ ਆਪ ਨੂੰ ਲਗਾਤਾਰ ਜਿਹੜਾ ਹੈਗਾ ਕੋਸਣਾ ਕਹਿ ਲਓ, ਆਪਣੇ ਆਪ ਨੂੰ ਉਸ ਤਰੀਕੇ ਦੇ ਨਾਲ ਲਗਾਤਾਰ ਜਿਹੜਾ ਹੈਗਾ ਤੰਗ ਕਰਨਾ ਕਹਿ ਲਓ। ਇੱਥੋਂ ਹੀ ਬੰਦੇ 'ਚ ਡਿਪਰੈਸਿਵ ਐਂਡ ਨੈਗੇਟਿਵ ਥਾਟ ਪ੍ਰੋਸੈਸਿੰਗ ਸ਼ੁਰੂ ਹੁੰਦੀ ਹੈ ਸਾਰੀ। ਪਰ ਗੁਰੂ ਮਹਾਰਾਜ ਕਹਿੰਦੇ, ਜੇ ਸੱਚ ਦਾ ਸ਼ਬਦ ਪੜ੍ਹਦੇ ਹੋ, ਉਹਨੂੰ ਬੁੱਝਦੇ ਹੋ ਤੇ ਉਹਨੂੰ ਫੋਲੋ ਕਰਦੇ ਹੋ, ਫਿਰ ਇਹ ਚੀਜ਼ ਨਹੀਂ ਹੋਏਗੀ। ਫਿਰ ਉਸ ਕੋਟ 'ਚ ਤੁਸੀਂ ਸੁਰਖਰੂ ਹੋ। ਵੈਨ ਯੂ ਆਰ ਐਕਚੁਅਲੀ ਵਿਟਨੈਸਿੰਗ ਯੋਰ ਸੈਲਫ in front of in the light of your conscious, then definitely ਤੁਹਾਨੂੰ ਲੱਗੇਗਾ ਕਿ ਇਸ ਤੋਂ ਵਧੀਆ ਕੰਮ ਕੀ ਹੋ ਸਕਦਾ। ਬਾਬੇ ਨੇ ਮੈਨੂੰ ਜ਼ਿੰਦਗੀ ਦਿੱਤੀ, ਮੈਂ ਚੰਗੇ ਪਾਸੇ એનર્ਜੀ ਲਾਈ ਹੈ ਸਾਰੀ। ਇਹਦੀ ਬਾਤ ਹੈ, ਰਹਾਉ ਦਾ ਬੰਦਾ ਹੈ। ਸ਼ੁਰੂਆਤੀ ਬੰਦ ਹੈ ਇਸ ਪਾਵਨ ਸ਼ਬਦ ਦਾ, ਉਤਮ ਜਨਮ ਸੁਥਾਨ ਹੈ ਵਾਸਾ, ਸਤਿਗੁਰ ਸੇਵੇਂ ਘਰ ਮਾਹੇ ਉਦਾਸਾ।
ਊਤਮ ਜਨਮ ਸੁਥਾਨ ਹੈ ਵਾਸਾ। ਸੁਥਾਨ ਹੈ ਵਾਸਾ, ਸੂ ਚੰਗੇ ਨੂੰ ਕਿਹਾ ਜਾਂਦਾ ਹੈ। ਪੰਜਾਬੀ ਲੈਂਗੁਏਜ ਦੇ ਨਾਲ ਜੇ ਤੁਸੀਂ ਫੈਮਿਲੀਅਰ ਹੋਵੋਗੇ ਤੇ ਜਿਵੇਂ ਕਿਸੇ ਚੀਜ਼ ਨੂੰ ਪ੍ਰੀਫਿਕਸ ਲਗਾਏ ਜਾਂਦੇ ਨੇ, ਸਾਡੇ ਸੱਸੇ ਨੂੰ ਔਂਕੜ ਲਗਾ ਦਿੱਤਾ ਜਾਏ। ਜਿਵੇਂ ਸਪੋਜ਼ ਕਰੋ ਜੋ ਬੰਦਾ ਕਹਿੰਦਾ ਹੈਗਾ ਕਿ ਕੋਈ ਵੀ ਕੰਮ ਕਰ ਰਹੇ ਹਾਂ ਆਪਾਂ, ਜਿਵੇਂ ਕਰਮ ਹੀ ਹੈ, ਕਰਮ ਲਫ਼ਜ਼ ਹੈ। ਕੁਕਰਮ ਮਾੜਾ ਕੰਮ, ਬਿਕੋਜ਼ ਇਫ ਯੂ ਆਰ ਪੁਟਿੰਗ ਕੱਕਾ ਔਂਕੜ ਇਨ ਫਰੰਟ ਆਫ ਦੈਟ ਵਰਡ ਦੈਟ ਮੀਨ ਇਹ ਮਾੜਾ ਕੰਮ ਹੈ, ਕੁਕਰਮ। ਸੁਕਰਮ ਬੜਾ ਚੰਗਾ ਕਰਮ ਹੈ। ਇਸ ਤੋਂ ਵਧੀਆ ਕੁਸੰਗਤ ਮਾੜੀ, ਸੁਸੰਗਤ ਚੰਗੀ ਸੰਗਤ। ਸੋ ਸੱਸਾ ਔਂਕੜ ਜਿਹੜਾ ਪ੍ਰੀਫਿਕਸ ਲਗਾਇਆ ਜਾਂਦਾ ਹੈ, ਇਹ ਕਿਸੇ ਚੀਜ਼ ਦੀ ਉਹਦਾ ਜਿਹੜਾ ਪੋਜ਼ਿਟਿਵਿਟੀ ਰੇਟ ਹੈ ਉਹ ਇਨਕਰੀਜ਼ ਕਰ ਦਿੰਦਾ ਹੈ, ਵਧਾ ਦਿੰਦਾ ਉਸ ਰੂਪ ਦੇ ਵਿੱਚ। ਥਾਨ ਐਨੀ ਕਾਈਂਡ ਆਫ ਪਲੇਸ, ਜਿਹੜਾ ਕੁਥਾਨ ਆ, ਕੁਥਾਵੀਂ ਵਸਣਾ, ਨਾਟ ਗੁੱਡ ਪਲੇਸ। ਸੁਥਾਨ ਵੈਰੀ ਨਾਈਸ ਪਲੇਸ, ਵੈਰੀ ਗੁੱਡ, ਜਿਹਨੂੰ ਕਹਿੰਦੇ ਬਹੁਤ ਚੰਗਾ। ਸੋ ਇੱਥੇ ਮੈਟਾਫੋਰਿਕ ਵੇ ਨਾਲ ਬਾਤ ਕੀਤੀ ਹੈ। ਇਫ ਵੀ ਟਰਾਈ ਟੂ ਅੰਡਰਸਟੈਂਡ ਦਿਸ ਮੈਟਾਫੋਰ ਇਨ ਟੂਡੇਜ਼ ਐਕਚੁਅਲੀ ਪਰਸਪੈਕਟਿਵ, ਦੁਨੀਆ ਪੱਧਰ 'ਤੇ ਲੋਕ ਸਪੋਜ਼ ਮਰ ਰਹੇ ਨੇ ਅਮਰੀਕਾ ਆਉਣ ਵਾਸਤੇ, ਕਿਸੇ ਤਰ੍ਹਾਂ ਪਹੁੰਚ ਜਾਈਏ, ਅਮਰੀਕਨ ਡਰੀਮ ਲਿਵ ਕਰੀਏ ਉੱਥੇ। ਅਤੇ ਉਹ ਸਭ ਦੇ ਅਸੀਂ ਰੋਜ਼ ਇਸ ਚੀਜ਼ ਦੀਆਂ ਖਬਰਾਂ ਸੁਣਦੇ, ਸਭ ਚੀਜ਼ਾਂ। ਅਤੇ ਅਮਰੀਕਾ ਦੀ ਕੰਡੀਸ਼ਨ ਡੇ ਬਾਈ ਡੇ ਅਸੀਂ ਵੇਖ ਰਹੇ ਹਾਂ। ਹੁਣ ਇਲੈਕਸ਼ਨ ਹੀ ਹੋਇਆ, ਸਾਰਾ ਕੁਝ ਕੀ ਤਮਾਸ਼ਾ ਬਣਿਆ ਦੇਖੋ ਸਾਰਾ। ਇਹ ਸਭ ਚੀਜ਼ਾਂ ਨੂੰ ਦੇਖ ਕੇ ਲੱਗਦਾ ਕਿ ਸੁਥਾਨ ਸਿਰਫ ਇੱਕ ਜਗ੍ਹਾ ਦੇ ਉੱਤੇ ਜੋ ਲੋਕ ਇੱਥੇ ਰਹਿ ਰਹੇ ਉਹ ਭਾਗਿਆਸ਼ਾਲੀ ਸਮਝਣ ਆਪਣੇ ਆਪ ਨੂੰ, ਕਿਸੇ ਬੜੇ ਕਿਸਮਤ ਵਾਲੇ ਆ, ਮੁਕੱਦਸ ਹੈ ਸਾਡਾ ਸਭ ਕੁਝ, ਇਸ ਕਰਕੇ ਨਹੀਂ ਹੁੰਦਾ। ਜਿਹੜਾ ਸੁਥਾਨ ਦੀ ਬਾਤ ਹੈ, ਆਈ ਵਾਜ਼ ਐਕਸਪਲੇਨਿੰਗ ਫਿਊ ਈਅਰਸ ਬੈਕ ਐਕਚੁਅਲੀ, ਭਗਤ ਰਵਿਦਾਸ ਜੀ ਸ਼ਬਦ, बेगमपुरा शहर को नाव दुख अंदो नहीं टेह थाओ ना तजवीज़ खिराज ना माल खौफ ना खता ना तरस जुआल। बेगमपुरा जिथे कोई गम ना होए। मैं कह अज देखा जाए तो लोग किथे रहना चाहणगे अमेरिका। कैन वी एक्चुअली काउंट अमेरिका एज ए बेगमपुरा? नो। हाँ, दिस इज द लैंड ऑफ अपॉर्चुनिटी, दिस इज द लैंड ऑफ एम्प्लॉयमेंट, दिस इज लैंड ऑफ प्रोस्पैरिटी विदाउट एनी डाउट। पर बेगम नहीं, गम तो बिना नहीं। गम इत्थे भी है, गम हर थां ते है। सो बंदा गुरबत च रहे, अमीरी विच रहे, चंगेरी जगह रहे, माड़ी जगह रहे, बहरूनी तौर ते, वो वड्डे लैवल ते काउंट नहीं होंदी, वो मैटर नहीं करती। मैटर करती वट काइंड ऑफ स्टेट ऑफ माइंड वी हैव, दैट इज द मेन थिंग। बंदे दी मानसिक दशा की है, बंदे दा अंदर दा लैवल की हैगा। ते जिहड़ी अंदर दी लैवल दी बात आ, ये बाहर दा मटीरियल नहीं बनाउंदा। बाहर दा मटीरियल ते कंफर्ट फील कराउंदा तुहानूं। वी कैन एक्चुअली फील सम काइंड ऑफ कंफर्ट। वी हैव luxurious cars, luxurious houses, and actually everything available to eat, to wear, all that thing. ਜਿਹੜੀ state of mind ਆ, ਇਹਨੇ ਮਟੀਰੀਅਲ ਨੇ ਨਹੀਂ ਬਣਾਣੀ, ਇਹ ਤੇ ਬਣਾਉਣੀ ਹੈ ਗਿਆਨ ਨੇ, ਸੋਝੀ ਨੇ, ਸ਼ਬਦ ਨੇ। ਜੇ ਬੰਦੇ ਕੋਲ ਸ਼ਬਦ ਹੀ ਨਹੀਂ ਹੈਗਾ, ਸਪੋਜ਼ ਕਰੋ ਇਹ ਤੇ ਤੁਸੀਂ ਅੱਜ ਤੇ ਲਿਟਰੇਸੀ ਦਾ ਦਰਿਆ ਵਗਦਾ ਇੰਟਰਨੈਟ ਤੇ ਹਰ ਜਗ੍ਹਾ ਦੇ ਉੱਤੇ, ਜੇ ਤੁਸੀਂ ਲੈਣਾ ਹੋਏ ਤੇ ਪੜ੍ਹਨਾ ਹੋਏ ਤੇ ਆਪਾਂ ਦੇਖੀਏ ਤੇ ਇਹ ਪਤਾ ਲੱਗਦਾ ਹੈ ਕਿ ਸਪੋਜ਼ ਜਿਹੜਾ ਬੰਦਾ ਬਹੁਤ ਅਮੀਰ ਹੋਏ, ਉਹਨੂੰ ਅਮੀਰੀ ਸ਼ੋਅ ਆਫ ਕਰਨ ਦੀ ਲੋੜ ਨਹੀਂ ਹੁੰਦੀ। ਜਿਸ ਬੰਦੇ ਕੋਲ ਬਹੁਤ ਸਾਧਨ ਹੋਣ, ਉਹ ਬਹੁਤਾ ਉਹਨਾਂ ਸਾਧਨਾਂ ਦੇ ਉਸ ਜਿਵੇਂ ਉਸ ਕਿਸਮ ਦੇ ਕੰਫਰਟ ਨੂੰ ਉਹ ਬਹੁਤ ਜ਼ਿਆਦਾ ਤਰਜੀਹ ਵੀ ਨਹੀਂ ਦਿੰਦਾ। ਬਲਕਿ ਵੇਖਣ 'ਚ ਇਹ ਆਇਆ ਹੈ ਜਿਨ੍ਹਾਂ ਲੋਕਾਂ ਦੇ ਕੋਲ ਐਨਫ ਰਿਸੋਰਸਿਸ ਹੈਗੇ ਨੇ, ਉਹ ਕਈ ਵਾਰੀ ਉਹਨਾਂ ਰਿਸੋਰਸਿਸ ਦੇ ਸਲੇਵ ਨਹੀਂ ਬਣਦੇ ਨਾ। ਦੇ ਟਰਾਈ ਟੂ ਲਿਵ ਦੇਅਰ ਲਾਈਵਸ ਐਜ਼ ਸਿੰਪਲ ਐਜ਼ ਦੇ ਕੈਨ, ਸਿੰਪਲ ਲਾਈਫ ਜੀਣੀ। ਅਤੇ ਇਹਦੇ ਈਵਨ ਸਾਡੇ ਅੰਗਰੇਜ਼ੀ ਲੈਂਗੁਏਜ ਵਿੱਚ ਇੱਕ ਸੇਇੰਗ ਹੈਗੀ ਹੈ ਕਿ ਸਿੰਪਲ ਲਿਵਿੰਗ ਹਾਈ ਥਿੰਕਿੰਗ। ਰਹੋ ਸਰਲ ਸਧਾਰਨ, ਹਾਂ ਸੋਚ ਦਾ ਲੈਵਲ ਉੱਚਾ ਕਰੋ। ਗੁਰੂ ਬਾਬਾ ਜੀ ਨੇ ਇਹੀ ਕਿਹਾ। ਆਪਾਂ ਬਾਣੀ 'ਚ ਬਚਨ ਪੜ੍ਹਦੇ ਹਾਂ ਭਗਤ ਫਰੀਦ ਜੀ ਦੇ, ਕਿਤੇ ਸ਼ਬਦ ਅਸੀਂ ਪੜ੍ਹਦੀਏ ਕਿ ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਵੀ ਭਾਈ ਰੁੱਖੀ ਸੁੱਖੀ ਖਾਓ, ਠੰਡਾ ਪਾਣੀ ਪੀਓ, ਪਰਾਈ ਚੋਪੜੀ ਵੇਖ ਕੇ ਆਪਣਾ ਦਿਲ ਕਿਉਂ ਤਰਸਾਉਂਦੇ ਹੋ? ਰਿਐਲਿਟੀ 'ਚ ਸਾਡੇ ਤੇ ਲੰਗਰ ਦਾ ਪ੍ਰਸ਼ਾਦਾ ਵੀ ਸੁੱਕਾ ਨਹੀਂ ਹੁੰਦਾ, ਉਹ ਵੀ ਅਸੀਂ ਘਿਓ ਨਾਲ ਚੋਪੜਦੇ ਹਾਂ। ਬਲਕਿ ਜੇ ਅਸੀਂ ਭਗਤਾਂ ਦੇ ਹੋਰ ਸ਼ਬਦ ਪੜ੍ਹੀਏ
ਤੇ ਆਪਨੇ ਸ਼ਾਇਦ ਇਹ ਸ਼ਬਦ ਕਈ ਵਾਰੀ ਪੜਿਆ ਸੁਣਿਆ ਹੋਏਗਾ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਸ ਵਾਰਤਾ, ਦਾਲ ਸੀਧਾ ਮੰਗੂ ਘੀਓ। ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਤੇਰੇ ਤੋਂ ਕੁਝ ਮੰਗਾ ਮੰਗਦਾ ਹਾਂ, ਤੇ ਮੰਗਾਂ 'ਚ ਇਹ ਹੈ ਮੈਨੂੰ ਨਾ ਮੇਰੇ ਘਰ 'ਚ ਕਦੀ ਗਰੋਸਰੀ ਦੀ ਕਮੀ ਨਾ ਹੋਏ। ਮੇਰੇ ਘਰ ਦੇ 'ਚ ਆਟਾ ਦਾਲ ਜਿਹੜਾ ਹੈਗਾ, ਦਾਲ ਸੀਧਾ ਸੀਧਾ ਆਟੇ ਨੂੰ ਕਿਹਾ ਜਾਂਦਾ ਹੈਗਾ, ਅਨਾਜ ਦੀ ਕਮੀ ਨਾ ਹੋਏ। ਮੇਰੇ ਕੋਲ ਸਫੀਸ਼ੀਐਂਟ ਅਨਾਜ ਹੋਏ, ਐਨਫ ਅਨਾਜ ਹੋਏ, ਐਨਫ ਫੂਡ ਹੋਏ ਘਰ ਦੇ ਵਿੱਚ। ਤੇ ਫੂਡ ਦੇ ਵਿੱਚ ਮੈਨੂੰ ਇਕੱਲਾ ਦਾਲ ਪ੍ਰਸ਼ਾਦਾ ਸੁੱਕਾ ਨਹੀਂ ਚਾਹੀਦਾ। ਵਟ ਆਈ ਨੀਡ, ਦਾਲ ਸਿੱਧਾ ਮੰਗੂ ਘੀਓ, ਘਿਓ ਚਾਹੀਦਾ, ਥਿੰਦੀ ਰੋਟੀ, ਚੋਪੜੀ ਹੋਈ ਰੋਟੀ, ਮੀਨ ਵਧੀਆ ਫੂਡ। तो इस करके क्योंकि दाल सीधा मांगू कियो हमारा खुशी करे नित जियो। समटाइम वी एक्चुअली ट्राई टू टीच आवर सेल्स, ओके फूड इज ओनली टू जस्ट फिल योर स्टमक, नथिंग एल्स। अपने आप ਨੂੰ ਤੁਸੀਂ ਜਿਹੜਾ ਹੈਗਾ ਭਰਨਾ ਹੈ, ਆਪਣੇ ਢਿੱਡ ਨੂੰ ਹੀ ਭਰਨਾ ਹੈ। ਇਦੋਂ ਕਿਹੜੀ ਵੱਡੀ ਗੱਲ ਆ ਨਾ। ਫੂਡ ਕੱਲਾ ਤੁਹਾਡੇ ਢਿੱਡ ਨੂੰ ਭਰਨ ਵਾਸਤੇ ਨਹੀਂ ਹੁੰਦਾ, ਫੂਡ ਤੁਹਾਨੂੰ खुशी प्रोवाइड करने वास्ते भी होंदा है। तुहानू खांदियां सुख मिले, खुशी मिले, जिन्हों खाण नू जी करे, कहन लगे कि मालक मैनू कृपा करी, एहो जी दात बख्शी, मेरे को दाल सीधा मांगू घीओ हमारा खुशी करे नित जियो। मैं खुश होवां अपने घर दे अन्न अनाज नू खा के, मेरे को इन्ने पदार्थ होने, इन्ना सब कुछ। सो एक पासे इस किस्म की बात की गई, दूसरे पासे असीं बचन पढ़ते हैं कि भगत फरीद जिहड़ा बचन पहला क्या मैं फरीदा रुखी सुखी खाए कै ठंडा पानी पीओ, ਉਹਦੀ बात हो रही है। ਇਹਦਾ ਮਾਇਨਾ ਕੀ ਹੈ? ਮਾਇਨਾ ਇਹ ਹੀ ਹੈ ਕਿ ਦੇਖ ਪਰਾਈ ਚੋਪੜੀ, ਦੂਜੇ ਦੀ ਚੋਪੜੀ ਰੋਟੀ ਵੇਖ ਕੇ ਆਪਣੀ ਸੁੱਕੀ ਰੋਟੀ ਨੂੰ ਨਹੀਂ ਨਿੰਦਣਾ। ਇੱਕ ਤੇ ਇਹ, ਦੂਸਰਾ ਕਿਸੇ ਈਰਖਾ ਤ੍ਰਿਸ਼ਨਾ 'ਚ ਨਹੀਂ ਜੀਣਾ। ਮਤਲਬ ਇਹ ਨਹੀਂ ਕਿ ਦੂਜੇ ਦੀ ਅਮੀਰੀ ਵੇਖ ਕੇ ਆਪਣੀ ਗੁਰਬਤ ਤੇ ਝੂਰੀ ਜਾਣਾ, ਜਾਂ ਆਪ ਕਿਤੇ ਉਸ ਗੁਰਬਤ 'ਚੋਂ ਬਾਹਰ ਆ ਗਏ ਤੇ ਹੁਣ ਦੂਜਿਆਂ ਨੂੰ ਸ਼ੋ ਆਫ ਕਰ ਕਰਕੇ ਵਿਖਾਈ ਜਾਣਾ ਸਾਰਾ ਕੁਝ। ਇਹ ਕੋਈ ਜੀਵਨ ਨਹੀਂ ਹੁੰਦਾ। ਸਰਲ ਸਧਾਰਨ ਜੀਵਨ, ਬੰਦਾ ਐਸਾ ਜੀਵਨ ਜੀਏ ਜਿਹਦੇ ਵਿੱਚ ਉਹਦੀ ਆਪਣੀ ਜਿਹੜੀ ਕਿਹਾ ਜਾਏ ਕਿ ਫੁਲਫਿਲਮੈਂਟ, ਉਹਨੂੰ ਆਪਣੇ ਆਪ ਨੂੰ ਤਸੱਲੀ ਹੋਏ ਉਸ ਰੂਪ ਦੇ ਵਿੱਚ। ਇਸ ਸਾਰੇ ਲਈ ਸਾਨੂੰ ਜਿਹੜੀ ਸਟੇਟ ਆਫ ਮਾਈਂਡ ਸੁਥਾਨ ਚਾਹੀਦਾ, ਉਹ ਪ੍ਰਾਪਤ ਕਰਨ ਦੀ ਲੋੜ ਹੈ। ਬਾਕੀ ਰੁਜ਼ਗਾਰ ਵਾਸਤੇ ਤੇ ਜਗ੍ਹਾ ਬਦਲਦੀ ਹੈ ਤੇ ਲੋਕ ਵੱਖਰੀ ਵੱਖਰੀ ਜਗ੍ਹਾ ਤੇ ਜਾਂਦੇ ਨੇ। ਸਾਡੇ ਅਸੀਂ ਆਪਣੇ ਬਜ਼ੁਰਗਾਂ ਨੂੰ ਝਾਤ ਮਾਰਦੇ ਹਾਂ, ਤੇ ਸਾਡੇ ਬਜ਼ੁਰਗ ਖਾਸ ਕਰਕੇ ਪੰਜਾਬੀ ਸਮਾਜ ਦੇ ਬਜ਼ੁਰਗਾਂ ਦੀ ਮੈਂ ਗੱਲ ਕਰਾਂ, ਕਦੀ ਰੰਗੂਨ ਜਾਂਦੇ ਸੀਗੇ, ਕਦੀ ਮਲੇਸ਼ੀਆ ਜਾਂਦੇ ਸੀ, ਕਦੀ ਸਿੰਗਾਪੁਰ ਜਾਂਦੇ ਸੀਗੇ ਕਿਸੇ ਜ਼ਮਾਨੇ ਦੇ ਵਿੱਚ, ਫਿਰ ਮਿਡਲ ਈਸਟ ਦੇ ਵਿੱਚ ਜਾਰਡਨ ਤੇ ਸਾਰਾ ਇਜਿਪਟ ਦਾ ਇਲਾਕਾ ਇਸ ਪਾਸੇ ਜਾਇਆ ਕਰਦੇ ਸੀਗੇ। ਵਕਤ ਬਦਲਿਆ, ਰੁਜ਼ਗਾਰ ਦੇ ਸਾਧਨ ਬਦਲੇ। ਨਾਰਥ ਅਮਰੀਕਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਨਿਊਜ਼ੀਲੈਂਡ ਦੇ ਵਿੱਚ, ਵਿਲਾਇਤ ਇੰਗਲੈਂਡ ਤੇ ਹੋਰ ਮੁਲਕਾਂ ਦੇ ਇਸ ਰੂਪ ਦੇ ਜੇ ਰੁਜ਼ਗਾਰ ਦਾ ਸਾਧਨ ਜਿਵੇਂ ਜਿਵੇਂ ਬਦਲਦੇ, ਲੋਕ ਉਵੇਂ ਮੂਵ ਕਰਦੇ। ਬਾਕੀ ਕੋਈ ਥਾਨ, ਕੋਈ ਕਹੇ ਅਮਰੀਕਾ ਜਾ ਕੇ ਖੁਸ਼ ਹੋ ਜਾਵਾਂਗਾ, ਕੋਈ ਕਹੇਗਾ ਨਹੀਂ ਨਹੀਂ ਅਮਰੀਕਾ ਨਹੀਂ, ਆਪਾਂ ਵਾਪਸ ਇੰਡੀਆ ਜਾ ਕੇ ਸੁਖੀ ਹੋ ਜਾਵਾਂਗੇ। ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਪੜ੍ਹਦੇ ਹਾਂ, ਸੁਖ ਨਾਹੀ ਬਹੁਤਾ ਤਨ ਖਾਟੈ, ਸੁਖ ਨਾਹੀ ਪੇਖੈ ਨਿਤ ਨਾਟੈ, ਸੁਖ ਨਾਹੀ ਬਹੁ ਦੇਸ਼ ਕਮਾਏ। Sometimes people try to get some kind of or buy some kind of happiness just by visiting different places. ਉਹ ਕਿਤੇ ਵੋਕੇਸ਼ਨ ਤੇ ਚਲੇ ਜਾਂਦੇ ਨੇ, ਉਹ ਚਲੋ ਕਿਤੇ ਕਿਊਬਾ ਘੁੰਮਣੇ 4 ਦਿਨ, ਯੂ ਨੋ ਵੀ ਗੋਨਾ ਫੀਲ ਫਰੈਸ਼ ਫਲਾਣੀ ਜਗ੍ਹਾ ਤੇ। ਇੱਥੇ ਭਾਈ ਫਰੈਸ਼ਨੈਸ ਜਿਹੜੀ ਹੈਗੀ, ਦਿਸ ਇਜ਼ ਸਟੇਟ ਆਫ ਮਾਈਂਡ। ਬਲਕਿ ਹੋਏਗਾ ਕਿ ਉੱਥੇ ਹੋ ਆਓਗੇ, ਵਾਪਸ ਆਓਗੇ, ਫਿਰ ਅੰਦਰ ਕ੍ਰੇਵਿੰਗ ਹੁੰਦੀ ਰਹੇਗੀ ਲਗਾਤਾਰ, ਲੈਟਸ ਗੋ ਦੇਅਰ, ਲੈਟਸ ਗੋ ਦੇਅਰ। ਇਸ ਤਰ੍ਹਾਂ ਤੇ ਇੱਕ ਅਜੀਬ ਜੀ ਬੰਦੇ ਦੀ ਦੌੜ ਭੱਜ ਲੱਗੀ। ਫਿਰ ਇੰਡਸਟਰੀ ਵੀ ਡਿਵੈਲਪ ਹੋ ਗਈ ਇਸ ਕਿਸਮ ਦੀ। ਅੱਜ ਆਲ ਗਲੋਬ ਇਜ਼ ਡੀਲਿੰਗ ਵਿਦ ਕਰੋਨਾ ਵਾਇਰਸ, ਕੋਵਿਡ-19 ਦੇ ਨਾਲ ਡੀਲ ਕਰ ਰਹੇ ਹਾਂ ਅਸੀਂ। ਇਹਦੇ ਇਤਨੇ ਮੈਸਿਵ ਲੈਵਲ ਤੇ ਸਪਰੈਡ ਹੋਣ ਦਾ ਕਾਰਨ ਚਾਈਨਾ ਦੇ ਇੱਕ ਛੋਟੇ ਜਿਹੇ ਵੁਹਾਨ ਤੋਂ ਸ਼ੁਰੂ ਹੋ ਕੇ ਤੇ ਆ ਯੂਰਪ ਦੇ 'ਚ, ਇਟਲੀ 'ਚ ਉਹ ਮੈਸ ਬਣਾਈ ਉਸ ਤਰੀਕੇ ਨਾਲ, ਤੇ ਫਸਟ ਵੇਵ ਤੇ ਨਾਓ ਵੀ ਹੈਵ ਟੂ ਡੀਲ ਵਿਦ ਸੈਕੰਡ ਵੇਵ। ਇਹ ਜਿਹੜੀ ਪਬਲਿਕ ਮੂਵਮੈਂਟ ਸੀ ਇੰਨੀ ਜ਼ਿਆਦਾ, ਨੋ ਡਾਊਟ ਬਿਜ਼ਨਸ ਕਮਿਊਨਿਟੀ ਦੁਆਰਾ ਹੋਣੀ ਸੀ ਸਭ ਚੀਜ਼ਾਂ, ਪਰ ਸਭ ਤੋਂ ਵੱਡਾ ਜਿਹੜੀ ਹੋਇਆ ਉਹ ਆਇਆ ਜਿਹੜਾ ਅਸੀਂ ਟੂਰਿਜ਼ਮ ਦੇਖਦੇ ਹੈਗੇ ਹਾਂ। ਇਸ ਤਰੀਕੇ ਦੇ ਨਾਲ ਲੋਕਾਂ ਨੇ ਇੱਕ ਵੱਡੀ ਇੰਡਸਟਰੀ, ਏਡੇ ਏਡੇ ਵੱਡੇ ਜਿਹੜੇ ਖਾਸ ਕਰਕੇ ਕਰੂਜ਼ ਸੀਗੇ, ਕਰੂਜ਼ ਸ਼ਿਪਸ, ਜਿਨ੍ਹਾਂ ਨੇ ਸਭ ਤੋਂ ਵੱਧ ਇਹਨੂੰ ਫੈਲਾਉਣ ਵਿੱਚ ਜਿਹੜੀ ਹੈ ਰੋਲ ਪਲੇ ਕੀਤਾ ਹੈਗਾ। ਹੁਣ ਵੀ ਤੇ ਸਭ ਖੜੇ ਹੀ ਨੇ, ਇੱਕ ਵੱਡਾ ਹਿੱਸਾ ਖੜਾ ਉਸ ਰੂਪ ਦੇ ਵਿੱਚ ਇਹ ਸਭ ਚੀਜ਼ਾਂ ਦੇ ਅੰਦਰ। ਸੋ ਪਤਾ ਲੱਗਾ ਬੰਦਾ ਸੁਖ ਲੱਭ ਰਿਹਾ, ਖੁਸ਼ੀ ਲੱਭ ਰਿਹਾ, ਇਹਨਾਂ ਸਭ ਚੀਜ਼ਾਂ, ਇਹ ਸਾਰੀ ਮਜ਼ਮੇਕਾਰੀ ਹੈ। ਜੇ ਅਸੀਂ ਸਾਲ ਪਿੱਛੇ ਚਲੇ ਜਾਓ,
and if you ask anybody actually that time that I want to invest my amount, so where to invest, ਉਹਨੇ ਕਹਿਣਾ ਸੀਗਾ ਅਮਿਊਜ਼ਮੈਂਟ ਪਾਰਕਸ ਜਿੱਥੇ ਬਣ ਰਹੇ ਉੱਥੇ ਲਗਾ ਦੇ, ਜਿਵੇਂ ਵੰਡਰਲੈਂਡ ਆ, ਜਿਵੇਂ ਡਿਜ਼ਨੀਲੈਂਡ ਆ, ਇਹੋ ਜਗ੍ਹਾ ਤੇ, people really want to enjoy the fun, and fun is only there where these kind of adventure games or ridings are happening. ਲੋਕੀ ਜਾ ਕੇ ਕੂਕਾਂ ਮਾਰ ਰਹੇ ਆ, ਚੀਕਾਂ ਮਾਰ ਰਹੇ ਆ, ਉੱਤੋਂ ਡਿੱਗ ਰਹੇ ਆ, ਥੱਲਿਓਂ ਡਿੱਗ ਰਹੇ ਆ, ਸਾਰਾ ਕੁਝ ਕੀ ਹੈ, ਬਿਕੋਜ਼ ਦੇ ਵਾਂਟ ਸਮ ਕਾਈਂਡ ਆਫ ਇੰਜੋਇਮੈਂਟ ਬਾਈ ਐਕਚੁਅਲੀ ਫੀਲਿੰਗ ਦੈਟ, ਜਿਹੜਾ ਜਿਹਨੂੰ ਕਿਹਾ ਜਾਏ ਕਿ ਰੋਮਾਂਚ ਨੂੰ, ਉਸ ਸਾਰੇ ਨੂੰ, ਐਡਵੈਂਚਰ ਨੂੰ ਫੀਲ ਕਰ ਕਰਕੇ ਉਸ ਸਾਰੇ ਰੂਪ ਦੇ ਵਿੱਚ। ਇਹ ਸਭ ਚੀਜ਼ਾਂ ਜਿਹੜੀਆਂ ਨੇ ਵਕਤੀ ਤੌਰ 'ਤੇ ਸੁੱਖ ਸਕੂਨ ਹੋ ਸਕਦਾ ਦੇਣ, ਅਤੇ ਇਹਨਾਂ ਨੂੰ ਇਹ ਨਹੀਂ ਮੈਂ ਕਹਿੰਦਾ ਕਿ ਸਾਰੇ ਰੱਦ ਕਰਨ ਵਾਲੀ ਗੱਲ ਹੈ। ਇਫ ਯੂ ਰੀਅਲੀ ਵਾਂਟ ਟੂ ਡੂ ਇਟ, ਬਟ ਜਿਹੜਾ ਅਸਲ ਪਲੈਜ਼ਰ ਆ ਉਹ ਹੈ ਸਟੇਟ ਆਫ ਮਾਈਂਡ ਵਿੱਚ। ਬੰਦਾ ਉਸ ਹਾਲਤ ਵਿੱਚ ਆ, ਉਹ ਕਿਸੇ ਅਮਿਊਜ਼ਮੈਂਟ ਪਾਰਕ ਜਾ ਰਿਹਾ, ਕਿਤੇ ਵਕੇਸ਼ਨ 'ਤੇ ਜਾ ਰਿਹਾ, ਕਿਤੇ ਇੰਜੋਏ ਕਰੇ ਉਹਨੂੰ। ਪਰ ਜੇ ਬੰਦਾ ਆਪਣੇ ਘਰ ਕੰਮ ਥਾਂ 'ਤੇ ਆ, ਉੱਥੇ ਵੀ ਇੰਜੋਏ ਕਰੇ, ਭੱਜੇ ਨਾ। ਜਿਹੜੀ ਐਸਕੇਪਿਜ਼ਮ ਹੈ, ਦੌੜ ਰਿਹਾ ਬੰਦਾ ਇੱਥੋਂ ਉੱਥੇ, ਉੱਥੋਂ ਉੱਥੇ, ਇੱਥੋਂ ਜਾ ਕੇ ਸੁੱਖ ਲਗਾ, ਗੁਰੂ ਸਾਹਿਬ ਕਹਿੰਦੇ ਨਾ, ਇਹ ਸੁਥਾਨ ਬਣਾ, ਸਟੇਟ ਆਫ ਮਾਈਂਡ ਡਿਵੈਲਪ ਕਰ। ਇੱਥੇ ਜਿਹੜਾ ਸ਼ਬਦ ਮੈਂ ਕਹਿ ਰਿਹਾ, ਸੁਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁੱਖਾਂ ਹਰ ਹਰ ਗੁਣ ਗਾਏ। ਸਭ ਤੋਂ ਵੱਡਾ ਸੁੱਖ ਹਰੀ ਦਾ ਗੁਣਗਾਨ ਕਰਨ ਵਿੱਚ ਆ। Nowadays people are saying meditation, chanting, all that, but still we get stuck with some kind of mechanism. ਇਹ mechanism ਦੀ ਗੱਲ ਨਹੀਂ ਹੋ ਰਹੀ, ਇਹ ਤੇ ਹੈ ਆਪਣੇ ਆਪ ਨੂੰ ਰੋਸ਼ਨ ਦਿਮਾਗ ਕਰਨਾ, ਪੜ੍ਹਨਾ, ਬੁੱਝਣਾ ਤੇ ਉਹਨੂੰ ਫਿਰ ਅਪਲਾਈ ਕਰ ਲੈਣਾ। ਇੱਥੇ ਗੁਰੂ ਬਾਬਾ ਜੀ ਨੇ ਬਾਤ ਕੀਤੀ, ਮਹਾਰਾਜ ਕਹਿੰਦੇ ਉੱਤਮ ਜਨਮ ਸੁਥਾਨ ਹੈ ਵਾਸਾ। ਉਹਦਾ ਉੱਤਮ ਜਨਮ ਹੈ ਜਿਹੜਾ ਸੁਥਾਨ, ਜਿਹਦੀ ਸਟੇਟ ਆਫ ਮਾਈਂਡ ਇਹੋ ਜਿਹੀ ਆ ਗਈ, ਉਹਦਾ ਜੀਵਨ ਸਫਲਾ ਹੋ ਗਿਆ, ਮੀਨਿੰਗਫੁਲ ਹੋ ਗਿਆ। ਅਦਰਵਾਈਜ਼ ਬੰਦਾ ਕੋਸੀ ਜਾਂਦਾ ਆਪਣੇ ਆਪ ਨੂੰ, ਆਪ ਹੀ ਕੰਮ ਕਰਦਾ ਹੈ, ਆਪ ਹੀ ਰੋਂਦਾ ਹੈ। ਤੁਸੀਂ ਦੇਖੋ ਲੋਕੀ ਕਿੰਨੇ ਔਖੇ ਹੋ ਕੇ ਸਟੱਡੀਜ਼ ਪੂਰੀਆਂ ਕਰਦੇ, ਜੌਬਸ ਲੈਂਦੇ, ਮੁੜ ਕੇ ਕੋਈ ਪੁੱਛੇ ਹਾਊਸ ਜੌਬ, ਓ ਆਮ ਜਸਟ ਕਿਲਿੰਗ ਮਾਈ ਟਾਈਮ, ਓ ਨੋ ਆਮ ਜਸਟ ਐਕਚੁਅਲੀ ਆਮ ਬਰਨ ਆਊਟ ਫਰੋਮ ਮਾਈ ਵਰਕ। ਆਹ ਸਭ ਚੀਜ਼ਾਂ ਹੁੰਦੀਆਂ। ਮੇਰੇ ਸੱਜਣ ਸੀਗੇ, ਕੰਮ ਕਰਦੇ ਸੀਗੇ ਬ੍ਰਿਟਿਸ਼ ਏਅਰਲਾਈਨਸ ਦੇ ਵਿੱਚ, BA ਦੇ ਵਿੱਚ, ਅਤੇ ਬੜੀ ਉਹਨਾਂ ਨੇ ਐਫਰਟ ਪਾ ਕੇ ਬੜੀ ਵਧੀਆ ਜਿਹੜੀ ਹੈਗੀ ਹੈ ਬੜੇ ਵਧੀਆ ਪ੍ਰੋਫਾਈਲ ਦੇ ਨਾਲ ਉਹ ਜੌਬ ਲਈ। ਜਦੋਂ ਜੌਬ ਲਈ ਅਤੇ ਜੌਬ ਦਾ ਜਦੋਂ ਉਹਨਾਂ ਨੂੰ ਜਿਹੜਾ ਅਪੁਆਇੰਟਮੈਂਟ ਲੈਟਰ ਦਿੱਤਾ, ਅਤੇ ਉਹਨਾਂ ਦਾ ਜਿਹੜਾ ਮੈਨੇਜਰ ਸੀਗਾ ਉਹਨੇ ਕੋਲ ਬੁਲਾਇਆ, ਅਤੇ ਕੋਲ ਬੁਲਾ ਕੇ ਕਹਿੰਦਾ ਹਾਊ ਆਰ ਯੂ ਫੀਲਿੰਗ ਨਾਓ? ਕਹਿੰਦਾ ਫੈਬੂਲਸ, ਟੌਪ ਆਫ ਦਾ ਵਰਲਡ, ਆਈ ਆਲਵੇਜ਼ ਡ੍ਰੀਮ for this job and today I got it. That's the best day of my whole life. ਕਹਿੰਦੇ write a note, how do you feel today? ਉਹਨਾਂ ਨੇ 4 ਲਾਈਨਾਂ ਲਿਖਤੀਆਂ ਸਾਰੀਆਂ। ਕਹਿੰਦਾ ਦੋਨੋਂ ਚੀਜ਼ਾਂ ਫੜਾਈਆਂ, ਨਾਲੇ ਉਹਨੇ ਆਪਣੀ ਜੇਬ ਦੇ ਵਿੱਚੋਂ 10 ਪੌਂਡ ਦਾ ਨੋਟ ਕੱਢਿਆ, ਉਹ ਦਿੱਤਾ। ਕਹਿੰਦਾ frame it. ਕਹਿੰਦਾ what do you mean? ਕਹਿੰਦਾ just I'm telling you, frame it. ਇਹਨੂੰ ਫਰੇਮ ਕਰਕੇ ਆਪਣੇ ਘਰ ਦੀ ਜਿਹੜੀ ਹੈ, ਜਿੱਥੋਂ ਜਿਹੜੀ ਮੇਨ ਐਂਟਰੈਂਸ ਹੈ, ਉਹਦੀ ਵਾਲ ਦੇ ਉੱਤੇ ਲਗਾ ਦੇ ਜਾ ਕੇ। ਜਦੋਂ ਕੰਮ ਤੇ ਆਉਣ ਲੱਗੇ ਉਦੋਂ ਰੀਡ ਕਰਕੇ ਆਏ, ਜਦੋਂ ਕੰਮ ਤੋਂ ਵਾਪਸ ਜਾਏ ਉਦੋਂ ਰੀਡ ਕਰੀ ਜਾ ਕੇ। ਐਵਰੀ ਡੇ ਦੈਟ ਇਜ਼ ਦ ਰੀਅਲ ਮੰਤਰਾ, ਬਿਕੋਜ਼ ਦਿਸ ਜੌਬ ਇਜ਼ ਨਾਟ ਅ ਈਜ਼ੀ ਜੌਬ। ਦਿਸ ਇਜ਼ ਜਸਟ ਇਟ, ਯੂ ਕੈਨ ਸੇ tons of stress. People try to dream this job, they really come for this job, and mostly I have seen they're not able to survive in this job. And very recently I got this idea for myself, and now I'm suggesting others, please follow it. ਉਹਨਾਂ ਨੇ ਕਰੀਬ ਉੱਥੇ 28 ਸਾਲ ਕੰਮ ਕੀਤਾ, 28 years। 25 ਤੇ ਰਿਟਾਇਰਮੈਂਟ ਸੀਗੀ, 3 ਸਾਲ ਐਕਸਟੈਂਸ਼ਨ ਲੈ ਕੇ ਉਸ 'ਤੇ ਕੰਮ ਕੀਤਾ। ਉਹ ਕਹਿੰਦੇ ਜਿੰਨਾ ਮੈਂ ਉਸ ਜੌਬ ਨੂੰ ਇੰਜੋਏ ਕੀਤਾ, ਇਹ ਨਹੀਂ ਸਟ੍ਰੈਸ ਨਹੀਂ ਸੀ, ਬਹੁਤ ਕੁਛ, ਪਰ ਜਿਵੇਂ ਹੀ ਉੱਥੋਂ ਆਉਣਾ, ਡੋਰ ਖੋਲ੍ਹਣਾ, ਉਹ ਨੋਟ ਤੋਂ ਲੈਟਰ ਪੜ੍ਹਨਾ, ਖੂਬ ਹੱਸਣਾ, ਫਿਰ ਆ ਜਾਣਾ, ਸਟੇਟ ਆਫ ਮਾਈਂਡ ਆ ਜਾਣੀ। ਐਕਚੁਅਲ ਲੈਵਲ 'ਤੇ ਬੰਦੇ ਦੀ ਮਨ ਦੀ ਦਸ਼ਾ ਆ, ਸੰਸਾਰ ਆ, ਇਹਦੇ 'ਚ ਤੁਸੀਂ ਫਿਕਰ ਕਰੋਗੇ, ਚਿੰਤਾਵਾਂ ਕਰੋਗੇ, ਤਾਂ ਹੀ ਦੁਨੀਆ 'ਚ ਚੱਲੋਗੇ, ਕੁਛ ਸਕੀਮਾਂ ਘੜੋਗੇ, ਸਭ ਚੀਜ਼ਾਂ। ਪਰ ਉਹ ਫਿਕਰ, ਉਹ ਚਿੰਤਾ ਇਸ ਲੈਵਲ 'ਤੇ ਆ ਜਾਏ ਕਿ ਤੁਹਾਡੀ ਸਿਹਤ ਲੈ ਜਾਏ, that is not the actually state of mind. ਉਹ ਫਿਕਰ ਇਸ ਲੈਵਲ 'ਤੇ ਆ ਜਾਏ ਕਿ ਜਿਹਦੇ ਕਰਕੇ ਤੁਸੀਂ ਸਭ ਕਮਾ ਰਹੇ ਹੋ, ਉਸ ਜ਼ਿੰਦਗੀ ਦੇ ਮੀਨਿੰਗ ਹੀ ਖਤਮ ਹੋ ਜਾਣ। ਨੋ, ਗੁਰੂ ਸਾਹਿਬ ਕਹਿੰਦੇ ਜਿਹਦੇ ਵਿੱਚ, ਇਹਦੇ 'ਚ ਜਿਹੜੀ ਬਾਤ ਕੀਤੀ ਹੈ ਰੱਬ ਦੇ ਸ਼ੁਕਰ ਦੀ ਗੱਲ ਹੈ, ਇੱਕ ਟੂ ਸ਼ੋ ਸਮ ਕਾਈਂਡ ਆਫ ਗ੍ਰੈਟੀਟਿਊਡ ਟੂਵਰਡ ਦੈਟ ਆਲਮਾਈਟੀ ਅਕਾਲ ਪੁਰਖ ਵਾਹਿਗੁਰੂ
who has given us this blessing, this life. ਬਾਬਾ ਜੀ ਕਹਿੰਦੇ ਉੱਤਮ ਜਨਮ ਸੁਥਾਨ ਹੈ ਵਾਸਾ, ਸਤਿਗੁਰ ਸੇਵੇਂ ਕਰਮਾ ਹੈ ਉਦਾਸਾ. Yogi, monk, people who claim we are saint, and they try to renounce this world. They try to leave this world, you know. ਇਹ ਦੁਨੀਆ ਜਿਹੜੀ ਹੈ ਮਾਇਆ ਆ, ਇਹਦੇ 'ਚ ਨਹੀਂ ਜਾਣਾ ਹੈਗਾ. ਉਹ ਚਲੇ ਗਏ ਜਾ ਕੇ ਕਿਹਾ ਕਿ ਆਪਾਂ ਘਰ ਛੱਡਤਾ, ਆਪਾਂ ਸਭ ਕੁਝ ਛੱਡਤਾ, ਜਾ ਕੇ ਭਗਤੀ ਵਗੈਰਾ ਕਰਦੇ ਹਾਂ ਉਸ ਤਰੀਕੇ ਨਾਲ. ਆਫਟਰਵਰਡ ਦੇ ਐਕਚੁਅਲੀ ਮੇਕ ਬਿਗ ਕਲਟ ਕੰਪੇਅਰ ਟੂ ਦ ਸਮਾਲ ਹਾਊਸ ਹੋਲਡਸ. ਬਹੁਤ ਸਾਰੇ ਪੰਜਾਬ ਵਿੱਚ ਹੀ ਦੇਖੋ, ਆਲੇ ਦੁਆਲੇ ਦੇਖੋ, ਦੁਨੀਆ ਪੱਧਰ ਦੇ ਵਿੱਚ ਛੋਟੇ ਜਿਹੇ ਘਰ ਨੂੰ ਛੱਡ ਕੇ ਗਏ, ਵੱਡੇ ਵੱਡੇ ਡੇਰੇ ਬਣਾ ਲਏ, ਡੇਰਿਆਂ 'ਚ ਪੋਲਿਟਿਕਸ ਚੱਲ ਰਹੀ, ਫਿਰ ਉੱਥੇ ਹੋਰ ਉਹ ਜੇ ਇਹੀ ਸਭ ਕੁਝ ਕਰਨਾ ਸੀਗਾ. ਬਾਬਾ ਕਬੀਰ ਜੀ ਦਾ ਇੱਕ ਸ਼ਬਦ ਹੈ ਬੜਾ ਬਹੁਤ ਆਲਾ, ਉਹ ਕਹਿੰਦੇ ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ. ਗ੍ਰਸਤੀ ਧਰਮ ਹੀ ਹੋਣਾ ਚਾਹੀਦਾ ਹੈਗਾ, ਨਹੀਂ ਤੇ ਗ੍ਰਸਤ ਨਹੀਂ ਚੱਲ ਸਕੇਗਾ. ਧਰਮ ਤੋਂ ਬਿਨਾਂ ਗ੍ਰਸਤ ਨਹੀਂ ਚੱਲਦਾ. ਧਰਮ ਇਜ਼ ਅ ਡਿਸਿਪਲਿਨ. If we follow discipline properly, then we're going to enjoy grast. Because grast mean we try to provide company to different people, such as, especially when we start our household, at least we can see two people. They are companion for each other. And afterward, they get actually company from more individuals, such as kids. ਹੁਣ ਉਹਦੇ 'ਚ ਇਹ ਹੈ ਜਿਹੜੇ ਇਸ ਤਰੀਕੇ ਦੇ ਇੱਕ ਪੂਰੀ ਇੱਕ ਬਬਲ ਬਣ ਰਿਹਾ, ਕੰਪਨੀ ਬਣ ਰਹੀ ਉਹ ਸਾਰੀ, ਤੇ ਉਹਦੇ ਵਿੱਚ ਜੇ ਡਿਸਿਪਲਿਨ ਨਹੀਂ ਹੋਏਗਾ ਤੇ ਫਿਰ ਕੀ ਹੋਏਗਾ? ਝਗੜਾ, ਮਫਾਦ, ਲੜਾਈ. ਬਿਕੋਜ਼ ਦੇ ਆਰ ਡਿਫਰੈਂਟ ਬ੍ਰੇਨਸ ਐਂਡ ਦੇ ਵਾਂਟ ਟੂ ਗੋ ਹੇਅਰ ਐਂਡ ਦੇਅਰ ਐਂਡ ਦੇ ਆਰ ਵਾਂਡਰਿੰਗ ਐਂਡ ਜਸਟ ਦੇ ਆਰ ਸਟਰਗਲਿੰਗ, ਨਥਿੰਗ ਐਲਸ. ਪੰਜਾਬੀ ਦੀ ਇੱਕ ਬੜੀ ਸੋਹਣੀ ਕਹਾਵਤ ਆ, ਉਹ ਕਹਿੰਦੇ ਜਿੱਥੇ ਦੋ ਜੀਆਂ ਦਾ ਜੋੜ ਨਹੀਂ ਉੱਥੇ ਹੋਰ ਨਰਕ ਦੀ ਲੋੜ ਨਹੀਂ. That's enough. If two people who are living together and they are not companion, then definitely they are living in hell. There is no need any other hell. ਇਹ ਜਿਹੜੀ ਚੀਜ਼ ਆ, ਇਸ ਚੀਜ਼ ਨੂੰ ਜੇ ਅਸੀਂ ਸਮਝੀਏ ਤਾਂ ਫਿਰ ਦੂਰ ਕਿਵੇਂ ਕਰਾਂਗੇ? ਧਰਮ. ਮੈਰਿਜ ਦਾ ਮਤਲਬ ਸਮਝੀਏ. ਮੈਂ ਕਈ ਵਾਰੀ ਦੀ ਬਾਤ ਕਰਦਾ ਹਾਂ. ਮੈਰਿਜ ਦਾ ਮਤਲਬ ਹੈ when you are ready to support someone, go for marriage. If you are thinking still that about you and yourself, then don't go for marriage. Because marriage means to actually to do some sacrifices, to do some kind of selfless work, because you have to support another person. If you don't have that energy, then don't think about marriage. And sometimes we realize marriage means love. Nothing. Love happens when we have these virtues. ਤੇ ਬੰਦਾ ਕਹਿੰਦਾ ਅੱਜ ਦਾ ਤੇ ਫੰਡਾ ਹੀ ਬੜਾ ਵਧੀਆ. ਸੌਰੀ, ਗੱਲ ਉਸ ਪਾਸੇ ਆ ਗਈ ਕਿ ਜਿੰਨਾ ਤੁਸੀਂ ਇਹ ਕਰੋਗੇ ਨਾ, ਆਈ ਲਵ ਯੂ ਐਂਡ ਯੂ ਲਵ ਮੀ ਐਂਡ ਆਈ ਲਵ ਯੂ, ਫਿਰ ਵਿਆਹ ਘਰ ਵਧੀਆ ਚੱਲੇਗਾ. ਉਹ ਬਲਕਿ ਜ਼ਿਆਦਾ ਫਰਸਟ੍ਰੇਸ਼ਨ ਹੁੰਦੀ ਹੈ. ਦਿਸ ਦਾ ਕਹਿਣ ਨੂੰ ਤੇ ਹੈ, ਦਿਸ ਇਜ਼ ਜਸਟ ਵਰਡ, ਨਥਿੰਗ ਐਲਸ, ਮੀਨਿੰਗਲੈਸ. ਵੇਅਰ ਇਜ਼ ਸਪੋਰਟ? Where is actually companionship? Where is selfless compassion? So ਇਹ ਜਿਹੜੀਆਂ ਚੀਜ਼ਾਂ ਨੇ, ਇਹ ਉਸ ਚੀਜ਼ ਨੂੰ ਅੰਗੇਜ ਕਰਦੀਆਂ ਨੇ, ਉਸ ਜਗ੍ਹਾ ਲੈ ਕੇ. ਸੋ ਇਹ ਧਰਮ ਆ. The whole ਧਰਮ mean we have to follow these qualities. But Baba Kabir ji is saying, Kabir ਜੋ ਗ੍ਰਹਿ ਕਰੇ ਤਾਂ ਧਰਮ ਕਰ, otherwise ਨਹੀਂ ਤਾਂ ਕਰ ਬੈਰਾਗ. Renounce this world. Don't go for that. ਇਸ ਤੋਂ ਦਿਸ ਇਜ਼ ਦ ਗਲੋਰੀ ਆਫ ਗੁਰਬਾਣੀ. ਸਟੇਟ ਫਾਰਵਰਡ, ਸਿੱਧਾ ਸਪਸ਼ਟ ਆ. ਸ਼ਾਇਦ ਇੰਨਾ ਸਪਸ਼ਟ ਕੋਈ ਵੀ ਨਹੀਂ ਕਹਿ ਸਕਦਾ. ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰਨਾ ਹੈ ਤਾਂ ਕਰ ਬੈਰਾਗ, ਬੈਰਾਗੀ ਬੰਧਨ ਕਰੇ ਤਾਂ ਕੋ ਬਡੋ ਅਭਾਗ. And people who are claiming we are monk and we renounce this world, at the same time they get stuck in the same cult. ਉਸ ਤੋਂ ਜਿਹੜਾ ਹੈਗਾ ਅਨਫੋਰਚੂਨੇਟ ਬੰਦਾ ਧਰਤੀ ਤੇ ਹੈ ਨਹੀਂਗਾ. ਤਾਂ ਕੋ ਬੜੋ ਅਭਾਗ. ਇਹ ਅਭਾਗੀ ਹੈ, ਅਭਾਗਾਪਨ ਹੈ ਬੰਦੇ ਦਾ. ਬੰਦੇ ਨੇ ਅਨਾਊਂਸ ਕੁਛ ਕੀਤਾ ਸੀਗਾ, ਕਰ ਕੁਛ ਰਿਹਾ ਹੈਗਾ ਨਾ. ਇੱਥੇ ਕਿਹਾ ਗਿਆ ਦੁਨੀਆ ਵਿੱਚ ਰਹਿ, ਪਰ ਰਹਿ ਐਵੇਂ ਗ੍ਰਸਤੀ ਹੋ ਕੇ, ਫਿਰ ਸੰਸਾਰ ਤਿਆਗਣਾ ਕੀ ਹੈ?
ਲਿਮਟਿਡ ਐਕਸਪੈਕਟੇਸ਼ਨਸ। ਇੱਥੇ ਤੇ ਹਾਲਤ ਇਹ ਹੈ, ਬੰਦਾ ਕਹਿੰਦਾ ਵੀ ਠੀਕ ਆ ਆਪਾਂ ਨੇ, ਵਾਈ ਵੀ ਹੈਵ ਦੈਟ ਮਚ ਗੈਂਬਲਿੰਗ ਇਨ these countries। ਉੱਥੇ ਵੀ ਹੈਗੀ ਪਰ ਇੱਥੇ ਨਹੀਂ ਗੈਂਬਲਿੰਗ ਹੈ। ਕੋਈ ਦੁਕਾਨ ਤੇ ਹੋਏ, ਕਨਵੀਨੀਅੰਸ ਸਟੋਰ, ਗੈਸ ਸਟੇਸ਼ਨ, ਕੋਈ ਕਿਸੇ ਰੂਪ ਦੇ ਕਿਸੇ ਤਰੀਕੇ ਦੇ ਨਾਲ। ਮੈਂ ਤਾਂ ਕਈ ਵਾਰੀ ਬਹੁਤ ਮਾਫੀ ਚੰਗਾ ਹੈਰਾਨ ਕੋਲ ਹੋ ਜਾਣਾ। ਪਿੱਛੇ ਨਾ ਇੱਕ ਸੱਜਣ ਨੇ ਮੈਨੂੰ ਕਿਤਾਬ ਦਿੱਤੀ ਐਵੇਂ ਕਰਕੇ, ਬੁੱਕ, ਤੇ ਬੁੱਕ ਵੈਸੇ ਪੜ੍ਹਨ ਵਾਸਤੇ ਲਈ ਸੀ ਉਹਨੂੰ, ਇਸ ਤੇ ਵਾਪਸ ਸੀ। ਜਦੋਂ ਬੁੱਕ ਖੋਲੀ ਤਾਂ ਉਹਦੇ 'ਚ ਇੰਨੀਆਂ ਸਾਰੀਆਂ ਲਾਟਰੀਜ਼ ਤੇ ਲਾਟਰੀ ਦੀਆਂ ਟਿਕਟਾਂ। ਤੇ ਮੈਂ ਦੇਖਿਆ ਤਾਂ ਉਹ ਕਹਿੰਦਾ ਹਾਂ ਇਹ ਮੇਰਾ ਸਮਾਨ। ਦੈਨ ਆਈ ਰਿਅਲਾਈਜ਼, ਇਜ਼ ਹੀ ਕ੍ਰੇਜ਼ੀ? He is doing that much gambling. And afterward, I actually counter him. I asked, Paji, do you do gambling? No, never, ever. What? I even don't know actually any casino. मैं क्या, who care about casino? What is this? वो कहते नहीं, ये तो fun है हाँ। मैं कहा, are you crazy? Is this fun? ये fun ਹੁੰਦਾ है, money wasting। आ ਜਿਹੜੀ ਚੀਜ਼ ਆ ਕਿਉਂ ਆ? ਕਿਉਂਕਿ ਬੰਦਾ ਇਹ ਸੋਚ ਰਿਹਾ ਕਿ ਜਿਹੜਾ ਹੈ ਹਾਈ, ਮਤਲਬ ਇੰਨੀਆਂ ਐਕਸਪੈਕਟੇਸ਼ਨਸ ਕੀਤੀਆਂ ਗਈਆਂ ਨੇ ਵੀ ਆਹ ਹੋਏ, ਤੇ ਉਹ ਸਾਰਾ ਕੁਝ ਤਾਂ ਪੂਰਾ ਨਹੀਂ ਹੁੰਦਾ। ਘਰਾਂ ਤੋਂ ਵੀ, ਬੱਚਿਆਂ ਤੋਂ ਵੀ, ਆਲੇ ਦੁਆਲੇ ਤੋਂ ਵੀ, ਰਿਸ਼ਤੇਦਾਰਾਂ ਤੋਂ ਵੀ, ਭੈਣ ਭਰਾਵਾਂ ਤੋਂ ਵੀ। ਜਦੋਂ ਫੁੱਲਫਿਲ ਨਹੀਂ ਹੁੰਦੀ ਫਿਰ ਜਿਹੜਾ ਰਿਲੇਸ਼ਨ ਹੈਗਾ ਉਹਨੂੰ ਵੀ ਇੰਜੋਏ ਨਹੀਂ ਕਰਦਾ ਬੰਦਾ। ਫਿਰ ਜੋ ਹੈ ਉਹ ਵੀ ਨਹੀਂ ਚੰਗਾ ਲੱਗਦਾ। ਇਟਸ ਮੀਨਿੰਗਲੈਸ। ਇਸੇ ਕਰਕੇ ਕਿਹਾ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਐਵੇਂ ਤਰਸੀ ਨਾ ਜਾ, ਜੋ ਹੈ ਉਹਨੂੰ ਇੰਜੋਏ ਕਰ, ਮਾਣ। ਬਲਕਿ ਚਾਹੀਦਾ ਤੇ ਸੇਵਾ ਕਰ। ਸੇਵਾ ਕਰੇਗਾ ਗਰੀਬ ਦੀ, ਮਾੜੇ ਦੀ, ਆਪਣੇ ਤੋਂ ਛੋਟੇ ਦੀ, ਉਹਦੀ ਸੇਵਾ ਕਰੇ, ਘਰ ਪਰਤੇ ਘਰ ਚੰਗਾ ਲੱਗੇਗਾ। ਗੋ ਟੂ ਐਕਚੁਅਲੀ ਸਰਵ ਹੋਮਲੈਸ, ਗੋ ਟੂ ਸਰਵ ਨੀਡੀਜ਼, share some stuff with needies, then you're going to realize what you have. These things going to actually give you some kind of happiness, a state of mind। ਇੱਥੇ ਬਾਬਾ ਜੀ ਨੇ ਬਚਨ ਕਿਹਾ, ਕਹਿਣ ਲੱਗੇ ਹਕੀਕਤ ਇਹ ਹੈ ਜਿਹੜਾ ਤੂੰ ਉਦਾਸ ਰਹਿਣਾ ਹੈ ਨਾ, ਉਹ ਉਦਾਸ ਰਹਿਣ ਦਾ ਮਤਲਬ ਇਹ ਨਹੀਂ ਕਿ ਤੂੰ ਸੰਸਾਰ ਛੱਡ ਕੇ ਰਿਨਾਊਂਸ ਕਰਕੇ ਭੱਜ ਜਾਣਾ। ਨੋ। ਇੱਥੇ ਕਿਹਾ ਸਤਿਗੁਰ ਸੇਵੈ ਕਰਮਾ ਹੈ ਉਦਾਸਾ। ਸਤਿਗੁਰੂ ਦੀ ਸੇਵਾ 'ਚ ਲੱਗ ਜਾ। ਹੈਵ ਬਲੀਵ ਸਿਸਟਮ ਟੂਵਰਡ ਯੂਰ ਗੁਰੂ ਸਾਹਿਬ and follow it, adopt it, exercise it, then definitely you're going to see ਇੱਕ ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਤੇਰੀ ਇੱਕ ਬੈਰਾਗ ਦੀ ਹਾਲਤ, ਇੱਕ ਡਿਟੈਚਮੈਂਟ ਦੀ ਹਾਲਤ ਬਣ ਰਹੀ ਹੈਗੀ ਹੈ। ਅਗਲਾ ਬਚਨ ਹੈ, ਹਰ ਰੰਗ ਰਹਿ ਸਦਾ ਰੰਗ ਰਾਤੇ, ਹਰ ਰਸ ਮਨ ਤ੍ਰਿਪਤਾਵਣਿਆ। ਹਰ ਰੰਗ ਰਹਿ ਸਦਾ ਰੰਗ ਰਾਤੇ। ਜਿਹੜੇ ਸਦੀਵ ਕਾਲੀ ਰੱਬ ਦੇ ਪ੍ਰੇਮ ਵਿੱਚ ਰੰਗੇ ਰਹਿੰਦੇ ਨੇ, ਉਸ ਵਿੱਚ ਉਸ ਹਰ ਰੰਗ ਨੂੰ ਮਾਣ ਪਾਉਂਦੇ ਨੇ। ਹੁਣ ਹਰ ਰੰਗ ਰੱਬ ਨਾ ਸੁਖ ਦਾ ਆ ਅਕੋਰਡਿੰਗ ਟੂ ਗੁਰਬਾਣੀ, ਰੱਬ ਨਾ ਖੁਸ਼ੀ ਦਾ ਆ ਅਕੋਰਡਿੰਗ ਟੂ ਬਾਣੀ। ਲਿਟਰਲੀ ਇਫ ਵੀ ਰੀਅਲੀ ਵਾਂਟ ਟੂ ਰੀਡ ਸਮ ਸ਼ਬਦ ਫਰੋਮ ਗੁਰੂ ਗ੍ਰੰਥ ਸਾਹਿਬ ਮਹਾਰਾਜ, then Baba ji is saying, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। Even though there are so many who are just saying few words that yeah, what is pleasure, how to get it, I am in actually pleasure, or someone is actually enjoying pleasure. Baba is saying these are just words. If you really want to feel and enjoy it, then come near to your Guru. Guru is going to bless you. क्या आनंद आनंद सब को कहे, आनंद गुरु ते जानिया। ਉਹਦੇ ਕੋਲ ਆ ਜਾ। ਕਿਤੇ ਇਸ ਤਰ੍ਹਾਂ ਦੇ ਬਚਨ ਨੇ, ਕਿਤੇ ਬਚਨ ਹੈਗੇ ਨੇ ਮਹਾਰਾਜ ਬਿਆਨ ਕਰਦੇ, ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ। If you really want to enjoy the highest level of pleasure or khushiyan or sukh, then sharan ram ki le. Try to take refuge under the actually shadowing of Rabji or Rabji's name. ਉਹਦੇ ਨਾਲ ਤੈਨੂੰ ਮਿਲੇਗਾ। ਇੱਥੇ ਬਚਨ ਆਇਆ ਬਾਬਾ ਜੀ ਨੇ ਕਿਹਾ, ਕਹਿੰਦੇ ਹਰ ਰੰਗ ਰਹੇ ਸਦਾ ਰੰਗ ਰਾਤੇ। ਜਿਹੜੇ ਉਸ ਤਰੀਕੇ ਨਾਲ ਹਰੀ ਦੇ ਰੰਗ 'ਚ ਸਦਾ ਰੰਗੇ ਰਹਿੰਦੇ, ਉਸ ਰੰਗ ਨੂੰ ਮਾਨਣ ਦੇ ਕਾਬਲ ਹੁੰਦੇ। ਹਰ ਰਸ ਮਨ ਤ੍ਰਿਪਤਾ ਬਣਿਆ। ਹਰੀ ਦੇ ਰਸਤੇ ਵਿੱਚ ਮਨ ਤ੍ਰਿਪਤ ਜਾਂਦਾ ਹੈ, ਕੰਪਲੀਟ ਸੈਟਿਸਫੈਕਸ਼ਨ ਇਹ ਚਲਾ ਜਾਂਦਾ ਹੈਗਾ ਆ। ਬਾਈ ਚਾਂਸ ਮੈਰਿਜ ਦੀ ਵੀ ਗੱਲ ਹੋ ਰਹੀ ਸੀ, ਇਹ ਸਾਰੇ ਦੇ ਬਾਬਤ ਇੱਕ ਬਾਤ ਕਹਿ ਕੇ ਵਾਈਂਡ ਅਪ ਕਰ ਦੇਣਾ। few years back I was in Vancouver and I was participating in actually a marriage program. I had to deliver Gurbani explanation that marriage program, and one of actually my known person, you can say family friend, he was having conversation with me and he asked me, Bhai Sahib, you are very intelligent,
these kind of word he was using to just so that I felt good that time. तो ਉਹ ਮੈਨੂੰ ਕਹਿੰਦਾ ਕਿ I had a question. ਮੈਂ ਕਿਹਾ ਦੱਸੋ ਕੀ ਹੈ? Question ਇਹ ਹੈਗਾ ਕਿ what is the difference between complete and finish? I think both words are synonym of each other, and it depends how we use in word or how we use in a sentence. ਉਹ ਕਹਿੰਦਾ I can give you a very good example. ਮੈਂ ਕਿਹਾ what? ਕਹਿੰਦਾ example ਇਹ ਹੈਗੀ ਹੈ ਕਿ two individuals are getting married, you know. If they get along properly, they actually have really good understanding for each other, that means they complete their journey, you know. Yeah. And otherwise both are finished. What a nice example. I was laughing, I was thinking very, very nice example. But in reality, yeah, this is the difference between actually complete and finish. So he was saying, so Bhai Sahab always ask actually couples, do you want to get finished or complete? So this is, ਇਹ ਜਿਹੜੀ ਚੀਜ਼ ਹੈਗੀ ਇਸ ਤਰੀਕੇ ਦੇ ਨਾਲ ਅੰਡਰਸਟੈਂਡ ਕਰ ਜਿਹੜਾ ਬਾਬਾ ਜੀ ਨੇ ਸ਼ਬਦ ਕੀਤਾ, ਹਰ ਰਸ ਮਨ ਤ੍ਰਿਪਤਾਵਣਿਆ। ਤ੍ਰਿਪਤਾਉਣ ਦਾ ਮਤਲਬ ਇਹ ਹੈਗਾ ਬੰਦਾ ਫੁੱਲੀ ਆਪਣੇ ਆਪ ਨੂੰ ਜਿਹੜਾ ਹੈਗਾ ਉਸ ਸੈਟਿਸਫੈਕਸ਼ਨ ਵਿੱਚ ਲਾਇਆ ਜਾਏ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ you know, I think this journey is not for finish or complete. This is the journey we have to accomplish according to Mother Nature's actually or universal law, ਹੁਕਮ ਇਹ ਹੈ ਕਿ ਅਸੀਂ ਇਸ ਜੀਵਨ ਦੇ ਰਸ ਨੂੰ ਮਾਨਣਾ ਹੈ, ਆਨੰਦ ਨੂੰ ਮਾਨਣਾ ਹੈ। ਤੇ ਇਹ ਆਨੰਦ ਆਪਣੇ ਆਪੇ ਨੂੰ ਸਮਝ ਕੇ ਹੈ, ਦੂਜੇ ਨੂੰ ਸਮਝ ਕੇ ਹੈ। ਇਹਦੇ ਵਾਸਤੇ ਜਿਹਨੂੰ ਕਿਹਾ ਹੋਂ ਵਾਰੀ ਜਿਉਂ ਵਾਰੀ, ਪੜ੍ਹ ਬੁੱਝ ਮਨ ਵਸਾਵਣਿਆ। ਪੜ੍ਹਦਾ ਬੁੱਝਦਾ ਤੇ ਮਨ 'ਚ ਵਸਾ ਲੈਂਦਾ ਹੈਗਾ। 1 ਨੰਬਰ ਪਦਾ। 2 ਨੰਬਰ ਪਦੇ ਤੋਂ ਵੀ ਵੇਚਣਾ ਕੱਲ ਨੂੰ ਸ਼ੁਰੂ ਕਰਾਂਗੇ। ਅੱਜ ਵਾਸਤੇ ਇੱਥੇ ਕਿਉਂਕਿ ਸਮਾਂ ਆਲਮੋਸਟ ਸਮਾਪਤ ਆ, ਇੱਥੇ ਸਮਾਪਤੀ ਕਰ ਦਿੰਦੇ ਹਾਂ। ਭੁੱਲਾਂ ਗਲਤੀਆਂ ਨਾ ਚਿਤਾਰਿਓ ਜੇ। ਸਭ ਪ੍ਰੇਮ ਆਵਾਜ਼ ਦੇ ਕੇ ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।